ਚਾਣਕ ਰਿਸ਼ੀ ਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦਾ ਚੋਟੀ ਦਾ ਧਨਵਾਨ ਬਣ ਕੇ ਹੀ ਪਤਾ ਚੱਲਦਾ ਹੈ ਕਿ ਮੈਂ ਅੰਦਰੋਂ ਕਿਤਨਾ ਗਰੀਬ ਹਾਂ, ਮੁਫਲਿਸ ਹਾਂ। ਉਂਝ ਨਹੀਂ ਪਤਾ ਚੱਲਦਾ। ਇੱਕ ਗਰੀਬ ਬੰਦਾ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ ਹੈ। ਇੱਕ ਮੁਫਲਿਸ ਮਨੁੱਖ ਬਾਹਰ ਦੀ ਮੁਫਲਿਸੀ ਨਾਲ ਉਲਝਿਆ ਹੋਇਆ। ਬੜੇ ਧਿਆਨ ਨਾਲ ਸੁਣਨਾ। ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਮਨੁੱਖ ਨੂੰ ਆਪਣੇ ਅੰਦਰ ਦੀ ਗਰੀਬੀ ਦਾ ਪਤਾ ਚੱਲਦਾ ਹੈ, ਮੁਫਲਿਸੀ ਦਾ ਪਤਾ ਚੱਲਦਾ ਹੈ ਵੀ ਕੁਝ ਵੀ ਨਹੀਂ। ਸਭ ਕੁਝ ਪ੍ਰਾਪਤ ਕਰਕੇ ਪਤਾ ਚੱਲਦਾ ਹੈ ਕੁਝ ਵੀ ਨਹੀਂ ਮਿਲਿਆ, ਕੁਝ ਵੀ ਨਹੀਂ ਮਿਲਿਆ। ਬਹੁਤ ਵੱਡੀ ਤਾਕਤ ਪ੍ਰਾਪਤ ਕਰਕੇ ਹੀ ਆਪਣੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲਦਾ ਹੈ। ਦੁਨੀਆ ਦੇ ਬੜੇ ਸ਼ਕਤੀਸ਼ਾਲੀ ਮਨੁੱਖ ਮੰਨੇ ਜਾਣ ਵਾਲੇ ਅੰਦਰੋਂ ਬੜੇ ਭੈਭੀਤ ਹੁੰਦੇ ਸਨ। ਰਾਤ ਨੂੰ ਸੁਪਨੇ ਵੀ ਉਹਨਾਂ ਨੂੰ ਡਰਾਉਣੇ ਆਉਂਦੇ ਸਨ। ਬਹੁਤ ਵੱਡੀ ਤਾਕਤ ਪ੍ਰਾਪਤ ਕਰਕੇ ਹੀ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲਦਾ ਹੈ। ਬਹੁਤ ਵੱਡੀ ਧਨ ਸੰਪਦਾ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲਦਾ ਹੈ। ਔਰ ਬਹੁਤ ਵੱਡਾ ਗਿਆਨ ਪ੍ਰਾਪਤ ਕਰਕੇ ਅੰਦਰ ਦੇ ਅਗਿਆਨ ਤੇ ਮੂਰਖਤਾ ਦਾ ਪਤਾ ਚੱਲਦਾ ਹੈ। ਜਿਹੜਾ ਮਨੁੱਖ ਅਜੇ ਬਾਹਰੋਂ ਹੀ ਮੂਰਖ ਹੈ, ਉਹਨੂੰ ਅੰਦਰ ਦੀ ਮੂਰਖਤਾ ਦਾ ਕੀ ਪਤਾ ਚੱਲੇਗਾ। ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਪਤਾ ਚੱਲਦਾ ਹੈ ਮੈਂ ਕੁਝ ਵੀ ਨਹੀਂ ਜਾਣਦਾ, ਕੁਝ ਵੀ ਨਹੀਂ ਜਾਣਦਾ। ਆਪਣੇ ਅਗਿਆਨ ਦਾ ਪਤਾ ਚੱਲਦਾ ਹੈ। ਕੀ ਹੋਇਆ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੇ ਮੇਰੀ ਜਾਣਕਾਰੀ ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ। ਮਨੁੱਖ ਐਸਾ ਸਮਝਦਾ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਆਪਣੀ ਅੰਦਰ ਦੀ ਗਰੀਬੀ ਦਾ। ਜਿਸ ਨੂੰ ਅਜੇ ਅੰਦਰ ਦੀ ਮੁਫਲਿਸੀ ਦਾ ਪਤਾ ਨਹੀਂ ਚੱਲ ਰਿਹਾ, ਉਹ ਜੇ ਬਾਹਰੋਂ ਵੀ ਮੁਫਲਿਸ ਹੋਵੇਗਾ, ਗਰੀਬ ਹੋਵੇਗਾ। ਉਸੇ 'ਚ ਹੀ ਉਲਝਿਆ ਹੈ ਵਿਚਾਰੇ ਨੂੰ। ਵਕਤ ਹੀ ਕੋਈ ਨਹੀਂ, ਸਮਾਂ ਹੀ ਕੋਈ ਨਹੀਂ। ਉਸੇ 'ਚ ਹੀ ਪੂਰਤੀ ਕਰਨ ਦੇ 'ਚ ਭੱਜ ਦੌੜ ਹੈ ਉਸਦੀ। ਬਹੁਤ ਕੁਝ ਪ੍ਰਾਪਤ ਕਰਕੇ ਪਤਾ ਚੱਲਦਾ ਹੈ ਕੁਝ ਵੀ ਨਹੀਂ ਆ ਮੈਂ, ਕੁਝ ਵੀ ਨਹੀਂ ਆ। ਅੰਦਰ ਦੀ ਮੁਫਲਸੀ ਦਾ ਪਤਾ ਚੱਲਦਾ ਹੈ। ਬੜੇ ਬੜੇ ਧਨਾੜ ਜੇ ਚਿੰਤਾਤੁਰ ਹੋ ਜਾਂਦੇ ਨੇ, ਪਰੇਸ਼ਾਨ ਹੋ ਜਾਂਦੇ ਨੇ, ਸਭ ਕੁਝ ਮਿਲ ਕੇ ਪਤਾ ਚੱਲ ਜਾਂਦਾ ਹੈ ਕੁਝ ਵੀ ਨਹੀਂ ਮਿਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜੇ ਬੜੇ ਜੋ ਦੀਸੇ ਲੋਗ ਤਿਨ ਕੋ ਵਿਆਪੇ ਚਿੰਤਾ ਰੋ। ਬੜੇ ਭਾਰੀ ਚਿੰਤਾ। ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਅੰਦਰ ਦੀ ਮੁਫਲਸੀ ਦਾ, ਕੁਝ ਵੀ ਨਹੀਂ ਆ ਮੈਂ। ਬਹੁਤ ਵੱਡੀ ਸ਼ਕਤੀ ਪ੍ਰਾਪਤ ਕਰਕੇ ਹੁਕਮਰਾਨ ਬਣ ਕੇ ਹੀ ਪਤਾ ਚੱਲਦਾ ਹੈ ਅੰਦਰ ਦੀ ਕਮਜ਼ੋਰੀ ਦਾ, ਕੁਝ ਵੀ ਨਹੀਂ। ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਹੀ ਚੱਲਦਾ ਹੈ ਅੰਦਰ ਦੀ ਮੂਰਖਤਾ ਦਾ, ਮੂੜਤਾ ਦਾ, ਕੁਝ ਵੀ ਨਹੀਂ, ਕੁਝ ਵੀ ਨਹੀਂ। ਕੀ ਹੈ ਮੇਰੇ ਕੋਲ ਗਿਆਨ? ਕੁਝ ਵੀ ਨਹੀਂ ਹੈ। ਉਸਤਾਦ ਜ਼ੌਕ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਸ਼ਾਇਰ ਸਨ। ਅਮੀਰ ਮੀਨਾਈ, ਮਿਰਜ਼ਾ ਗਾਲਬ, ਉਸਤਾਦ ਜ਼ੌਕ, ਇਸ ਤਰ੍ਹਾਂ ਦੇ ਬੜੇ ਕੀਮਤੀ ਦਿਮਾਗ ਰੱਖਣ ਵਾਲੇ ਮਨੁੱਖ ਬਹਾਦਰ ਸ਼ਾਹ ਦੇ ਸਾਥੀ ਹੁੰਦੇ ਸਨ। उस्ताद ज़ौक़ कहता है, हम जानते थे कि इल्म से कुछ जानेंगे, जाना तो ये जाना कि न जाना कुछ भी। कहता है जान जान के मैं ये जाने कि मैं कुछ भी नहीं जानता, कुछ भी नहीं जानता। जान जान के मैनू अपनी अंदर दी मूर्खता दा ही पता चले। पढ़ लिख के सियाणा बन के मैनू अंदर दी इयाणप दा ही पता चले। और जिसनों अपनी अंदर दी इयाणप दा पता चल गया, मूर्खता दा पता चल गया, समझ लेना सियाणा है। और कदी कबूल भी नहीं करेगा कि मैं सियाणा, क्योंकि उन्होंने अपनी अंदर दी मूर्खता दिखाई देंदी है, अंदर दा अज्ञान दिखाई देंदा है। इतना भारी ज्ञान है जगत दे की है मेरे को, एक चम्मच पानी दी मिल भी गई तो की है। बहुत वड्डा ज्ञान प्राप्त करके ही पता चलता है अंदर दे अज्ञान दा। बहुत वड्डी धन संपदा प्राप्त करके ही पता चलता है अंदर दी मुफलसी दा, गरीबी दा। मैं फिर अर्ज करा,
ਜਿਹਨੂੰ ਅਜੇ ਅੰਦਰ ਦੀ ਮੁਫਲਸੀ ਗਰੀਬੀ ਦਾ ਨਹੀਂ ਪਤਾ ਚੱਲਿਆ, ਅਜੇ ਬਾਹਰੋਂ ਵੀ ਗਰੀਬ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ, ਅਜੇ ਬਾਹਰੋਂ ਵੀ ਮੁਫਲਿਸ ਹੋਵੇਗਾ। ਮੈਨੂੰ ਇੱਕ ਇਸ ਸੰਬੰਧਿਤ ਛੋਟੀ ਜਿਹੀ ਗਾਥਾ ਚੇਤੇ ਆਈ ਹੈ, ਸ਼ਾਇਦ ਗੱਲ ਸਪਸ਼ਟ ਹੋ ਜਾਏ। ਏਥਨ ਦੇ ਬਾਜ਼ਾਰਾਂ ਵਿੱਚ ਸਿਕੰਦਰ ਆਜ਼ਮ, ਫਾਤਿਹ ਆਜ਼ਮ, ਮਹਾਨ ਸਿਕੰਦਰ, ਉਹਦਾ ਜਲੂਸ ਕੱਢਿਆ ਜਾ ਰਿਹਾ ਸੀ, ਸਵਾਰੀ ਨਿਕਲ ਰਹੀ ਸੀ। ਇੱਕ ਸੰਵਾਰੇ ਹੋਏ, ਸ਼ਿੰਗਾਰੇ ਹੋਏ ਹਾਥੀ ਤੇ ਉਹਨੂੰ ਬਿਠਾਇਆ ਗਿਆ ਬਈ ਉੱਚਾ ਸਾਰਿਆਂ ਨੂੰ ਦਿਖਾਈ ਦੇਵੇ। ਤੇ ਉਸ ਜ਼ਮਾਨੇ 'ਚ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਦੁਨੀਆ ਉਮੜੀ ਦੇਖਣ। ਫਾਤਿਹ ਆਜ਼ਮ ਹੈ, ਸਿਕੰਦਰ ਮਹਾਨ ਹੈ, ਲੰਘ ਰਿਹਾ ਇਹਦਾ ਹਾਥੀ। ਲੋਕੀ ਸ਼ਾਹੀ ਅਦਾਬ ਝੁਕ ਝੁਕ ਕੇ ਸਲਾਮਾਂ ਕਰਦੇ ਨੇ, ਖੜੇ ਹੋ ਕੇ ਫਰਸ਼ੀ ਸਲਾਮ ਕਰਦੇ ਨੇ, ਔਰ ਇਹ ਸਾਰਿਆਂ ਦਾ ਸਲਾਮ ਲੈ ਕੇ ਖੁਸ਼ ਹੋ ਰਿਹਾ ਵੀ ਇਹ ਦੁਨੀਆ ਮੇਰੇ ਅੱਗੋਂ ਝੁਕ ਰਹੀ ਹੈ। ਸਾਰਿਆਂ ਦੇ ਸਿਰ ਝੁਕ ਰਹੇ ਨੇ, ਸਾਰੇ ਸਲਾਮਾਂ ਕਰ ਰਹੇ ਨੇ। ਚਲਦਿਆਂ ਚਲਦਿਆਂ ਇਹਦੀ ਇੱਕ ਨਿਗਾਹ ਪਈ ਇੱਕ ਬੰਦੇ ਤੇ, ਬੈਠਾ ਸੀ ਕਿਸੇ ਮਸਜਿਦ 'ਚ, ਉਹ ਖੜਾ ਵੀ ਨਹੀਂ ਹੋਇਆ। ਸਲਾਮ ਕਰਨਾ ਤੇ ਇੱਕ ਪਾਸੇ ਉਹ ਖੜਾ ਵੀ ਨਹੀਂ ਹੋਇਆ। ਜਾਮਾਂ ਵੀ ਲੀਰਾਂ ਲੀਰਾਂ ਸੀ, ਤਨ ਦਾ ਚੋਲਾ ਵੀ ਪਾਟਿਆ ਹੋਇਆ ਸੀ। ਉਹਦੇ ਬਸਤਰ ਹੀ ਦੱਸਦੇ ਪਏ ਸਨ, ਇਹ ਬਾਹਰੋਂ ਮੁਫਲਿਸ ਹੈ, ਗਰੀਬ ਹੈ। ਸਿਕੰਦਰ ਦੇ ਮਨ ਦੇ 'ਚ ਖਿਆਲ ਆਇਆ, ਐਸਾ ਨਿਮਾਣਾ ਨਿਤਾਣਾ ਬੰਦਾ ਖੜਾ ਨਹੀਂ ਹੋਇਆ, ਇਹਨੂੰ ਵੇਖ ਕੇ ਹੋਰ ਕਈ ਗੁਸਤਾਖੀ ਕਰਨਗੇ। ਹਾਥੀ ਰੁਕਵਾਇਆ ਤੇ ਹਾਥੀ ਤੇ ਬੋਲਦੇ ਬੈਠੇ ਇਹ ਆਖਿਆ, ਐ ਮੰਗਤੇ ਤੇਰੀ ਸ਼ਾਮਤ ਤੇ ਨਹੀਂ ਆਈ, ਤੂੰ ਸ਼ਾਹੀ ਅਦਾਬ ਨਹੀਂ ਜਾਣਦਾ, ਇੱਥੋਂ ਦੇ ਰਸਮੋ ਰਿਵਾਜ ਨਹੀਂ ਜਾਣਦਾ। ਇਤਨਾ ਉੱਚਾ ਤੇ ਕ੍ਰੋਧਿਤ ਹੋ ਕੇ ਸਿਕੰਦਰ ਬੋਲੇ। ਫਕੀਰ ਦੀ ਅੱਖਾਂ ਖੁੱਲੀਆਂ, ਉਸ ਬੰਦੇ ਦੀਆਂ ਅੱਖਾਂ ਖੁੱਲੀਆਂ, ਉਸਨੇ ਦੇਖਿਆ। ਪਰ ਉਹਨੂੰ ਇਹ ਵੀ ਪਤਾ ਹੁੰਦਾ ਸੀ, ਫਕੀਰਾਂ ਨੂੰ ਪਤਾ ਹੁੰਦਾ ਹੈ, ਰਾਜ ਹਟ, ਯੋਗ ਹਟ, ਬਾਲ ਹਟ, ਇਹਨਾਂ ਦਾ ਉਹਨਾਂ ਨੂੰ ਗਿਆਨ ਹੁੰਦਾ ਹੈ, ਪਤਾ ਹੁੰਦਾ ਹੈ। ਇੱਕਦਮ ਪੈਂਤਰਾ ਬਦਲ ਕੇ ਇਸ ਮਸਤਾਨੇ ਨੇ ਇੰਜ ਆਖਿਆ, ਸਿਕੰਦਰ ਮੈਂ ਤੇਰਾ ਮਸਤਕ ਦੇਖ ਰਿਹਾ ਸੀ, ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਅਜੇ ਤੇ ਤੈਨੂੰ ਕੁਛ ਨਹੀਂ ਮਿਲਿਆ, ਤੈਨੂੰ ਹਜ਼ਾਰਾਂ ਗੁਣਾ ਜ਼ਿਆਦਾ ਮਿਲੇਗਾ। ਅਜੇ ਤੇ ਤੂੰ ਕੁਛ ਵੀ ਮੁਲਕ ਫਤਿਹ ਨਹੀਂ ਕੀਤੇ, ਬੜੇ ਕਰੇਗਾ। ਸਿਕੰਦਰ ਸੋਚੀ ਪੈ ਗਿਆ, ਤੇ ਕੋਈ ਨਜੂਮੀ ਹੈ, ਜੋਤਸ਼ੀ ਹੈ, ਇਹ ਤੇ ਕੋਈ ਭਵਿਸ਼ ਵਕਤਾ ਹੈ। ਮੈਂ ਐਵੇਂ ਇਸ ਨੂੰ ਮੰਗਤਾ ਕਹਿ ਬੈਠਾ ਤੇ ਤਾੜਨਾ ਕੀਤੀ। ਹਾਥੀ ਤੇ ਬੈਠਿਆ ਹੋਇਆ ਸਿਕੰਦਰ ਕਹਿੰਦਾ, ਫਕੀਰ ਸਾਈਂ ਹੋਰ ਮੇਰੇ ਮਸਤਕ ਦੇ 'ਚ ਕੀ ਰੱਖਿਆ ਹੈ, ਦੱਸੋ। ਹੁਣ ਪਹਿਲੇ ਸਿਕੰਦਰ ਨੇ ਮੰਗਤਾ ਆਖਿਆ ਸੀ, ਹੁਣ ਫਕੀਰ ਸਾਈਂ ਕਹਿ ਰਿਹਾ ਹੈ। ਗਰਜ਼ ਮਨੁੱਖ ਨੂੰ ਕੀ ਦਾ ਕੀ ਬਣਾ ਦਿੰਦੀ ਹੈ। ਫਕੀਰ ਸਾਈਂ ਹੋਰ ਮੇਰੇ ਮਸਤਕ ਦੇ 'ਚ ਕੀ ਲਿਖਿਆ ਹੈ। ਉਹ ਮਸਤਾਨਾ ਫਕੀਰ ਕਹਿਣ ਲੱਗਾ, ਬਹੁਤ ਕੁਝ ਲਿਖਿਆ ਹੋਇਆ ਹੈ, ਬਹੁਤ ਕੁਝ ਮੈਂ ਦੇ ਸਕਦਾ, ਇੱਕ ਸ਼ਰਤ ਹੈ, ਹਾਥੀ ਤੋਂ ਥੱਲੇ ਉਤਰ ਇੱਥੇ ਮੇਰੇ ਕੋਲ ਆ। ਸਿਕੰਦਰ ਸੋਚੀ ਪੈ ਗਿਆ, ਬੜੇ ਖੂਨ ਖਰਾਬੇ ਕਰਨੇ ਪੈਂਦੇ, ਲੜਾਈਆਂ ਲੜਨੀਆਂ ਪੈਂਦੀਆਂ, ਕਿਧਰੇ ਮੁਲਕ ਫਤਿਹ ਹੁੰਦੇ ਨੇ ਤੇ ਦਫੀਨੇ ਧਨ ਸੰਪਦਾ ਮਿਲਦੀ ਹੈ। ਇਹਦੇ ਅਸੀਸ ਦੇ ਨਾਲ, ਇਹਦੇ ਆਸ਼ੀਰਵਾਦ ਦੇ ਨਾਲ, ਇਹਦੇ ਵਰ ਦੇ ਨਾਲ ਜੇ ਗੱਲ ਬਣਦੀ ਹੈ, ਸੌਦਾ ਸਸਤਾ ਹੀ ਹੈ, ਮਹਿੰਗਾ ਨਹੀਂ ਹੈ। ਹਾਥੀ ਤੋਂ ਥੱਲੇ ਉਤਰਿਆ, ਫਕੀਰ ਦੇ ਕੋਲ ਚਲਾ ਗਿਆ, ਆਖਿਆ, ਫਕੀਰ ਸਾਈਂ ਮੇਰੇ ਮੱਥੇ 'ਚ ਹੋਰ ਕੀ ਲਿਖਿਆ ਹੈ, ਮੇਰੀਆਂ ਰੇਖਾਵਾਂ ਕੀ ਕਹਿੰਦੀਆਂ ਨੇ, ਮੈਂ ਹੋਰ ਕਿਤਨੇ ਮੁਲਕ ਫਤਿਹ ਕਰਨੇ ਨੇ, ਹੋਰ ਕਿਹੜੇ ਕਿਹੜੇ ਦਫੀਨੇ ਮੈਨੂੰ ਮਿਲਣਗੇ, ਤੁਸੀਂ ਮੈਨੂੰ ਕੀ ਦੇ ਸਕਦੇ ਹੋ। ਫਕੀਰ ਕਹਿਣ ਲੱਗਾ, ਸਿਕੰਦਰ ਮੈਂ ਬਹੁਤ ਕੁਝ ਤੈਨੂੰ ਦੇ ਸਕਦਾ,
बहुत कुछ, ते बहुत कुछ मैं तेनों दस सकदा, लेकिन देण दी ते दसण दी मेरी एक शर्त है कि तू मेरे अगों झोली अड़ के खड़ा हो जा, मैं तेरी झोली च पावांगा। शर्म ते एक दफा आई सिकंदर नूं भी, इन्नी भीड़ दे इस मुफलिस हाल बंदे दे अगों मैं झोली अड़ के खड़ा हुआ, शर्म ते आई। फिर सोचदा सौदा सस्ता ही है, महंगा नहीं है। अंझोली अड़ के खड़ा हो गया। फातेह आजम महान सिकंदर, वक़्त दा इतना शक्तिशाली मनुख, जो झोली अड़ के खड़ा होया है, फकीर भी बिस्माद दे चला गया, समाधि चला गया, हैरान हो गया। काफी देर तक जब उसने अखां नहीं खोलियां तो सिकंदर कहंदा है, फकीर साईं छेती करो, मैं जाना है, जो कुछ देना है छेती देओ। फकीर अखां खोलदा ते कहंदा, जा मंगते मैं तेनू कख नहीं देना, तू मैनू मंगता आखिया सी, मैं तेनू मंगता साबित किया। मंगते कोलों मंग रहे हैं, तू अपने आप नू शहनशाह कहना है, बादशाह कहना है, मैं तेनू एहसास कराना है इस वड्डी भीड़ दे तेरे जैसा कोई मंगता नहीं है, तेरे जैसा कोई भिखारी नहीं है, मैं तेनू ये एहसास कराना सी। मैनू तो मंगता आखिया जद मैं तेरे कोल कुछ मंगया भी नहीं, ते तू मंगते कोलों मंग रहे हैं, तो खुद सोच तू शहनशाह है कि महा मंगता है। कहने बड़ी चोट लगी सी सिकंदर नूं, पर थोड़ा जिहा सियाणा सी, सूझवान सी, बर्दाश्त कर गया, चोट सहार गया, क्योंकि थोड़ी जी असलियत ते जाहिर होई। मैं फिर अर्ज करा, चोटी दी धन संपदा प्राप्त करके ही अंदर दी मुफलसी दा पता चलता है। बस धन प्राप्त करने का यह लाभ है, इतना लाभ जरूर है। बहुत कुछ मिल के ही पता चलता है, कुछ भी नहीं मिले, अंदर दी गरीबी दा पता चलता है। ते जी अंदर दी गरीबी दा नहीं पता चलिया, बहुत कुछ मिल के भी, तो अजे फिर मनुख बाहरों भी गरीब है, बाहरों भी मुफलिस है। शायद मुफलिसी बहुत पुरानी है, कई जन्मां दी है, नहीं तो बहुत सारी धन संपदा प्राप्त करके मनुख नूं अंदर दी गरीबी दा पता चलता है। बहुत सारा ज्ञान प्राप्त करके अंदर दी मूर्खता दा पता चलता है। बहुत सारी शक्ति प्राप्त करके अंदर दी कमजोरी दा पता चलता है। और ऐसा पता सिर्फ मनुख नूं चल सकता है, पशुआं नूं नहीं। जिसनों पता चलता है ऐसा महान मनुख है, मामूली नहीं है। जितना सियाणा होवेगा उतना दुखी होवेगा। मूर्ख लोग दुखी नहीं होंदे, ये भी मैं अर्ज करते हैं। मूढ़ बंदे दुखी नहीं होंदे, जैसे पशु दुखी नहीं होंदे। क्यों? दुख नूं महसूस कर सकन इतनी समझ ही नहीं है। जीवन दुख है, जगत दुख है, ऐसा पता चल सके इतनी समझ ही नहीं है। अगर पशु सुख दे जी रहा है तो ना समझी दे कारण करके, ये भी मैं अर्ज करते हैं। सारे पशु सुख दे जी रहे हैं, सारे ही देवते आनंद दे जी रहे हैं, सारे संत आनंद दे जी रहे हैं। मनुख दुखी है। सिर्फ एक मनुख नहीं, एक मुल्क नहीं, सारे मुल्कां दे मनुख दुखी ने। बाली रोवे नाए भतार, नानक दुखिया सब संसार। आखिर महात्मा बुद्ध राजकुमार सी ना, राजे दा लड़का सी, यशोधन दा लड़का सी। बिहार दी एक छोटी जी स्टेट उहदे मालिक सन। धन संपदा की कमी नहीं सी, ताकत भी सी कोल, फौज भी सी। और उस वक्त दी चंगी तो चंगी जिहड़ी विद्या हो सकती सी, वो महात्मा बुद्ध ने हासिल की सी। पढ़िया लिखिया भी सी। लेकिन सब कुछ प्राप्त करके पता चलिया कुछ भी नहीं है, कुछ भी नहीं। उन्होंने अंदर दी गरीबी दा पता चल गया। एक बुढ़े नू देख के उन्होंने जीवन दी असलियत दा पता चल गया। एक अर्थी नू देख के, मुर्दे नू देख के उन्होंने जीवन दी असलियत दा पता चल गया। एक बीमार नू देख के
ਉਹਨੂੰ ਸਰੀਰ ਦੀ ਹਕੀਕਤ ਦਾ ਪਤਾ ਚੱਲ ਗਿਆ। ਰੋਜ਼ ਬਿਮਾਰ ਅਸੀਂ ਦੇਖਦੇ ਹਾਂ, ਰੋਜ਼ ਬੁੱਢਿਆਂ ਨੂੰ ਦੇਖਦੇ ਹਾਂ ਅਸੀਂ। ਅਰਥੀਆਂ ਤੇ ਕਈਆਂ ਨੇ ਹੋ ਸਕਦਾ ਆਪਣੇ ਮੋਢਿਆਂ ਤੇ ਢੋਈਆਂ ਹੋਣ, ਪਰ ਉਸ ਦੇ ਅੰਦਰ ਸੰਵੇਦਨਾ ਬੜੀ ਸੀ, ਮਹਿਸੂਸ ਕਰਨ ਦਾ ਮਾਦਾ ਬਹੁਤ ਜ਼ਿਆਦਾ ਸੀ। ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਦੁਖੀ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਜਗਤ ਉਸ ਦੇ ਲਈ ਬੇਮੈਨੀ ਹੋ ਜਾਏਗਾ। ਜਿਹਦੀ ਸਿਆਣਪ ਬਹੁਤ ਵੱਡੀ ਹੋ ਗਈ, ਮਹਾਨ ਹੋ ਗਈ, ਉਹਦੇ ਲਈ ਜਗਤ ਛੋਟਾ ਹੋ ਜਾਂਦਾ ਹੈ, ਜਗਤ ਬੇਮੈਨੀ ਹੋ ਜਾਂਦਾ ਹੈ, ਉਹ ਬਹੁਤ ਦੁਖੀ ਹੋ ਜਾਂਦਾ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਗਾਲਿਬ ਨੂੰ, ਉਹ ਕਹਿੰਦਾ ਬਾਜ਼ੀ ਚਾਹੇ ਇਤਫਾਲ ਹੈ ਦੁਨੀਆ ਮੇਰੇ ਆਗੇ। ਇਹ ਸਾਰਾ ਸੰਸਾਰ ਕੀ, ਇਹ ਬੱਚਿਆਂ ਦਾ ਖੇਲ, ਹੋਰ ਕੁਝ ਵੀ ਨਹੀਂ ਹੈ। ਖਿਡੌਣਿਆਂ ਨਾਲ ਖੇਡਣਾ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆ ਮੇਰੇ ਆਗੇ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ। ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ ਹੈ। ਤਮਾਸ਼ਾ ਕਹਿੰਦਾ ਕੋਈ ਸਿਆਣੇ ਮਨੁੱਖਾਂ ਦਾ ਤਮਾਸ਼ਾ ਵੀ ਨਹੀਂ ਹੈ, ਕੋਈ ਅਕਲਮੰਦਾਂ ਦਾ ਤਮਾਸ਼ਾ ਵੀ ਨਹੀਂ ਹੈ, ਮਾਸੂਮ ਬੱਚਿਆਂ ਦਾ ਤਮਾਸ਼ਾ ਹੈ। ਤਿਫਲ ਬੱਚੇ। ਬਾਜ਼ੀ ਚਾਹੇ ਇਤਫਾਲ, बाजी चाहे इतफाल है दुनिया मेरे आगे, होता है शबो रोज तमाशा मेरे आगे। एक खेल है औरंग सुलेमा मेरे नजदीक, तख्त सुलेमानी। तख्त दे लई कितने दुनिया दे चरोले झगड़े खून खराबे। कहंदे नहीं ये भी बच्चों का तमाशा है, ये भी खिडौणियां दी खेड है। एक खेल है औरंग सुलेमा मेरे नजदीक, एक बात है अज्जाज मसीहा मेरे आगे। हजरत ईसा दे मौज से ये रिदियां सिदियां, ये भी बच्चों का तमाशा है। सियाणे मनुख लई रिदियां सिदियां भी तमाशा है। गुरु नानक देव जी महाराज कहते रिद सिद्ध सब मोह है, नाम ना वसे मनाए। ईसा इस तरह दियां सिदियां दिखांदा सी। अंधे दे सिर ते हथ रखदा सी, उहनूं अखां मिल जांदियां सन। बीमार दे सिर ते हथ रखदा सी, वो तंदुरुस्त हो जांदा सी। ते इतिहास कहंदा है मुर्दे दे सिर ते हथ रखदा सी, वो जिंदा हो जांदा सी। इस तरह की कथा जुड़ी हुई है। मुर्दे दे सिर ते हथ रखे, वो जिंदा हो गया। गालिब ये कह रहा है जिस मुर्दे दे सिर ते हथ रखे वो जिंदा हो गया, क्या वो फिर नहीं मरिया? तो जे फिर मर गए तो ईसा भी बच्चों का तमाशा करता रहा और की मैच के नाल भी सहमत नहीं। ये भी बच्चों का तमाशा है। नाटक चेटक किए कुकाजा, प्रभ लोगन के आवत लाजा। इतना सियाणा दिमाग, रिद्धि सीधी बेमैनी हो गई, बिल्कुल बेमैनी हो गई। मैनू बंबई दे विच एक माता मिली, कहने लगी मस्कीन जी अज दे युग दे अवतारी पुरुष दे दर्शन कीते ने। मैं कहा अज दे युग दे अवतारी पुरुष कौन ने, मैनू नहीं पता। कहने लगे साईं बाबा। मैं कहा तू केड़े मीटर नाल वेख रहा? मैनू 45 साल हो गए कथा करदे ते बड़े बड़े संतां दे नाल संगत करदे आ, मैनू अजे भी नहीं पता चलिया संत किनू कहंदे ने, अवतार किसनू कहंदे ने। तू केड़े मीटर नाल नाप लिया? ये अवतार है। कहंदे उहदे केसां चों राख निकलदी है, उहदे हत्थां चों घड़ियां निकलदियां, फुल निकलदे ने, फल निकलदे ने। मैं कहा बस यही? कहंदे हाँ ये लोकी प्रभावित होंदे ने, लखां दी तादाद दी दुनिया देख के दंग रह जांदी है। आप दी ज्ञात लई अर्ज करा, ये सारे हालात पिछे इंडिया टूडे छपे सन। मुख्तसर में अर्ज करा, मैं उस मां नूं समझाया क्योंकि संपन्न घराने दी सी ते सियाणी बड़ी गिणी जांदी सी, ते मैं कहा सियाणी दा ये हाल है ते फिर बाकियां दा की हाल होवेगा। मैं कहा भारत दे गोगिया पाशा हुंदा सी, अजकल उसदा लड़का है जादू सरकार है। कानपुर दे कथा करदे होया मैं एक दिन रिदियां सिदियां दे उत्ते बोलिया, हथ दी करामात। काफ़ी तादाद इकट्ठ बड़ा उत्थे हो जाता है।
ਗੋਗੀਆ ਪਾਸ਼ਾ ਦੇ ਕੰਨਾਂ ਤੱਕ ਕਿਸੇ ਨੇ ਗੱਲ ਪਹੁੰਚਾਈ। ਉੱਥੇ ਆਇਆ ਹੋਇਆ ਸੀ, ਰੋਜ਼ 2 ਸ਼ੋਅ ਕਰ ਰਿਹਾ ਸੀ, ਦਿਖਾ ਰਿਹਾ ਸੀ ਬਈ ਮਸਕੀਨ ਜੀ ਕਹਿੰਦਾ ਇਹ ਬੱਚਿਆਂ ਦਾ ਤਮਾਸ਼ਾ ਹੈ, ਧੋਖਾ ਹੈ, ਛਲ ਹੈ। ਪਰ ਮੈਨੂੰ ਵੀ ਹੈਰਾਨਗੀ ਹੋਈ, ਦੂਜੇ ਦਿਨ ਅਕਾਲੀ ਜੀ ਦੀ ਧਰਮਸ਼ਾਲਾ ਕਥਾ ਸੁਣਨ ਉਹ ਵੀ ਆਇਆ ਤੇ 10 ਪਾਸ ਮੈਨੂੰ ਦਿੱਤੇ। ਕਹਿਣ ਲੱਗੇ ਤੁਸੀਂ ਵੀ ਆਓ, ਆਪਣੇ ਨਾਲ ਸਾਥੀਆਂ ਨੂੰ ਲੈ ਕੇ ਜ਼ਰੂਰ ਆਓ, ਕਿਉਂਕਿ ਸ਼ਾਮ ਨੂੰ ਤੁਸੀਂ ਕਥਾ ਕਰਦੇ ਨੇ, ਇੰਡੀਆ ਦੇ ਚ ਅਕਸਰ ਸਵੇਰੇ ਆਉਂਦੀ, ਤੁਸੀਂ ਜ਼ਰੂਰ ਆਓ। ਜਿਸ ਢੰਗ ਨਾਲ ਉਸਨੇ ਕਿਹਾ, ਉਹਦੇ ਕਹਿਣ ਦੇ ਵਿੱਚ ਕੋਈ ਸ਼ਰਧਾ ਵੀ ਸੀ। ਮੈਂ ਕਿਹਾ ਠੀਕ ਹੈ, ਕਿਉਂਕਿ ਉਹ ਉੱਠਿਆ ਵੀ ਤਾਂ ਜਦ ਮੈਨੂੰ ਕਹਿਣ ਲੱਗਾ ਵਾਅਦਾ ਕਰੋ ਤੁਸੀਂ ਆਓਗੇ ਔਰ ਆਪਣੇ ਸਾਥੀਆਂ ਨੂੰ ਵੀ ਨਾਲ ਲਿਆਓਗੇ। ਮੈਂ ਕਿਹਾ ਠੀਕ ਹੈ। ਗਿਆਨੀ ਕਲਿਆਣ ਸਿੰਘ ਉਹਨਾਂ ਦਾ ਜਥਾ ਸੀ, ਹੋਰ ਵੀ 3-4 ਖਾਲਸੇ ਨਾਲ ਗੁਰਮੁਖ ਸੱਜਣ। ਅਸੀਂ 10-11 ਦੇ ਕਰੀਬ ਪਹੁੰਚੇ। 7 ਤੋਂ 9 ਉਸਨੇ ਸ਼ੋਅ ਦਿਖਾਣਾ ਸੀ, ਜਾਦੂ ਦੇ ਕਰਿਸ਼ਮੇ, ਰਿਧੀਆਂ ਸਿੱਧੀਆਂ। 7 ਦੇ 8 ਵੱਜ ਗਏ ਤੇ ਸਟੇਜ ਤੇ ਕੁਛ ਵੀ ਨਾ। ਨਾਲ ਦੇ ਮੇਰੇ ਸਾਥੀ ਵੀ ਚੇਮੀ ਗੋਈਆਂ ਕਰਨ ਲੱਗ ਪਏ। ਹਾਲ ਭਰਿਆ ਹੋਇਆ, ਹਜ਼ਾਰਾਂ ਦੀ ਤਾਦਾਦ ਵਿੱਚ ਲੋਕੀ ਬੈਠੇ। ਵੀ ਕੈਸਾ ਬੰਦਾ ਹੈ। 8 ਵਜੇ ਤੱਕ ਕੁਛ ਵੀ ਨਹੀਂ। 8:30 ਹੋ ਗਏ ਤਾਂ ਹਾਲ ਦੇ ਚ ਰੋਲਾ ਵੀ ਪੈਣਾ ਸ਼ੁਰੂ ਹੋ ਗਿਆ, ਲੋਕੀ ਖੜੇ ਹੋਣੇ ਵੀ ਸ਼ੁਰੂ ਹੋ ਗਏ, ਕੁਝ ਗਾਲਾਂ ਵੀ ਕੱਢਣ ਲੱਗ ਪਏ। ਕਿਉਂਕਿ ਅਸੀਂ ਤੇ ਫ੍ਰੀ ਫੰਡ 'ਚ ਗਏ ਹੋਏ ਸੀ, ਬਾਕੀਆਂ ਨੇ ਵਿਚਾਰਿਆਂ ਨੇ ਪੈਸੇ ਖੁੱਲੇ ਖਰਚ ਕੀਤੇ ਹੋਏ ਸਨ, ਔਖੇ ਪਏ ਹੋਣ। 8:45 ਹੋ ਗਏ। ਅੱਧੇ ਲੋਕੀ ਹਾਲ ਚੋਂ ਬਾਹਰ ਨਿਕਲ ਗਏ ਸਨ। ਉਹਨਾਂ ਨੂੰ ਫਿਰ ਬਾਹਰੋਂ ਹੱਥ ਜੋੜ ਕੇ ਫਿਰ ਵਾਪਸ ਲਿਆਂਦਾ ਗਿਆ। ਤਰ੍ਹਾਂ ਤਰ੍ਹਾਂ ਦੇ ਬੰਦੇ ਉਸਨੇ ਖੜੇ ਕਰ ਰੱਖੇ ਸਨ ਵੀ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਵਾਪਸ ਲੈਣਾ, ਜਿਹੜੇ ਬਾਹਰ ਨਿਕਲ ਜਾਣ, ਰੋਲਾ ਪਾਣ। 9 ਵਜੇ ਸਟੇਜ ਤੇ ਆਇਆ। 9 ਵਜੇ ਕੁਛ ਬੰਦਿਆਂ ਕੋਲ ਨਹੀਂ ਰਿਹਾ ਗਿਆ, 4-5 ਖੜੇ ਹੋ ਗਏ, ਗਾਲਾਂ ਕੱਢ ਕੇ ਕਹਿਣ ਲੱਗੇ ਤੂੰ 7 ਤੋਂ 9 ਸ਼ੋਅ ਦਿਖਾਣਾ ਸੀ, ਤੂੰ 9 ਵਜੇ ਸਟੇਜ ਤੇ ਆਇਆ। ਪਤਾ ਉਸਨੇ ਕੀ ਆਖਿਆ? ਮਿੱਤਰੋ ਤੁਸੀਂ ਆਪਣੀਆਂ ਘੜੀਆਂ ਵੇਖੋ, 7 ਵਜੇ ਨੇ, ਮੈਂ ਠੀਕ ਆਇਆ ਟਾਈਮ ਸਿਰ। ਸਾਰਿਆਂ ਨੇ ਘੜੀਆਂ ਵੇਖੀਆਂ, 7 ਹੀ ਵਜੇ। ਮੈਂ ਆਪਣੀ ਘੜੀ ਦੇਖੀ, ਮੈਨੂੰ ਦੇਖ ਕੇ ਹੈਰਾਨਗੀ ਹੋਈ, 7 ਵਜੇ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਹਾਂ ਜ਼ਰਾ ਮੇਰੀ ਘੜੀ ਦੇਖੋ, ਮੇਰੀ ਅੱਖਾਂ ਨੂੰ ਧੋਖਾ ਤੇ ਨਹੀਂ ਲੱਗ ਰਿਹਾ। ਸਾਰੇ ਹੀ ਕਹਿਣ 7 ਵਜੇ ਨੇ। ਤੇ ਗੋਗੀਆ ਪਾਸ਼ਾ ਕਹਿਣ ਲੱਗਾ ਅੱਜ ਇਤਨਾ ਹੀ ਦਿਖਾਣਾ ਹੈ, ਬਾਕੀ ਕੱਲ ਜਾਓ ਜਾਓ। ਬਾਹਰ ਨਿਕਲੇ ਤੇ ਘੜੀ ਤੇ 9:15 ਵਜੇ। ਘੜੀ ਠੀਕ ਚੱਲੇ ਪਈ। ਕੁਛ ਐਸੀਆਂ ਇਹ ਸਿੱਧੀਆਂ ਹਨ, ਕਿਸੇ ਵਕਤ ਮੈਂ ਜ਼ਿਕਰ ਕਰ ਦਿਆਂਗਾ, ਇਸ ਦਾ ਵੀ ਖੁਲਾਸਾ ਕਰ ਦਿਆਂਗਾ। ਇਹ ਸਿਲਸਿਲਾ ਹੈ। ਇੱਕ ਸੱਜਣ ਮੇਰੇ ਨਾਲ 6 ਮਹੀਨੇ ਚੱਲਦਾ ਰਿਹਾ, ਫਿਰ ਬਾਅਦ ਵਿੱਚ ਮੈਂ ਉਹਨੂੰ ਹੱਥ ਜੋੜੇ, ਮੈਂ ਕਿਹਾ ਨਹੀਂ ਤੂੰ ਜਾ। ਉਹ ਇਸ ਤਰ੍ਹਾਂ ਦਾ ਸਿਲਸਿਲਾ ਕਰਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਵਤ ਰਾਜਾ। ਮੈਂ ਉਸ ਮਾਤਾ ਨੂੰ ਕਿਹਾ ਬੰਬੇ ਦੇ ਚ ਰਾਖ ਨਿਕਲਦੀ ਹੈ ਕੇਸਾਂ ਚੋਂ, ਹੱਥਾਂ ਚੋਂ, ਤੇ ਰਾਖ ਜੇ ਦੇਖਣੀ ਹੈ ਤੇ ਅਜੇ ਵੀ ਭਾਰਤ ਦੇ ਚ ਕਈ ਥਾਂ ਤੇ ਤੈਨੂੰ ਰਾਖ ਪਿੰਡਾਂ ਦੇ ਚ ਮਿਲ ਜਾਏਗੀ, ਚੁੱਲ੍ਹਿਆਂ ਦੇ ਚ ਨਹੀਂ। ਅਵਤਾਰ ਤੇ ਉਹ ਹੁੰਦਾ ਕਿਸੇ ਦੀ ਜ਼ਿੰਦਗੀ ਨੂੰ ਨੂਰ ਕਰ ਦੇਵੇ, ਚਾਨਣਾ ਕਰ ਦੇਵੇ, ਪ੍ਰਕਾਸ਼ਮਈ ਕਰ ਦੇਵੇ, ਪ੍ਰਭੂ ਨਾਲ ਜੋੜੇ। ਕਿ ਨਾਟਕ ਚੇਟਕ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਗਾਲਿਬ ਕਹਿੰਦਾ ਐ ਈਸਾ, ਮੈਂ ਤੇਰੀਆਂ ਇਹਨਾਂ ਸਿੱਧੀਆਂ ਨਾਲ ਸਹਿਮਤ ਨਹੀਂ। ਹੋਵੇਂਗਾ ਤੂੰ ਈਸਾ, ਹੋਵੇਂਗਾ ਤੂੰ ਅਵਤਾਰ। ਗਾਲਿਬ एक खेल है और रंग सुलेमा मेरे नजदीक, एक बात है अजाज मसीहा मेरे आगे। हजरत ईसा दे मौजे, ये बच्चियां दा तमाशा है। गालिब कहता मेरी दिलजोई नहीं आती। इतनी सियानी अकल दा जो मालिक है, संसार दे सब कुछ छोटा हो जाता है। तख्ते सुलेमानी छोटा हो गया, रिधियां सिद्धियां बेमैनी हो गई। ਹੁਣ ਐਸਾ ਮਨੁੱਖ ਕਿਸ ਤਰ੍ਹਾਂ ਜੀਵੇ? ਬੇਚੈਨ, ਪਰੇਸ਼ਾਨ। ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਦੁਖੀ ਹੋਵੇਗਾ, ਜਿਤਨਾ ਮੂਰਖ ਹੋਵੇਗਾ ਉਤਨਾ ਦੁਖੀ ਨਹੀਂ ਹੋਵੇਗਾ। ਜੈਸੇ ਪਸ਼ੂ ਦੁਖੀ ਨਹੀਂ ਹੁੰਦੇ।
ਪਸ਼ੂ ਬੋਰ ਨਹੀਂ ਆਉਂਦੇ, ਪਸ਼ੂ ਬੇਚੈਨ ਵੀ ਨਹੀਂ ਆਉਂਦੇ, ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਨਾਲ ਤਾਂ ਰਹਿਣਾ ਪੈਂਦਾ, ਬੰਦਿਆਂ ਦੇ ਨਾਲ ਰਹਿਣਾ ਪੈ ਜਾਏ ਤੇ ਬੰਦੇ ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੰਦੇ ਨੇ ਵਿਚਾਰੇ, ਉਹ ਵੀ ਪਾਗਲ ਹੋ ਜਾਂਦੇ, ਵਰਨਾ ਪਸ਼ੂ ਪਾਗਲ ਨਹੀਂ ਆਉਂਦੇ, ਪਸ਼ੂ ਬੋਰ ਨਹੀਂ ਆਉਂਦੇ, ਪਸ਼ੂ ਬੇਚੈਨ ਨਹੀਂ ਆਉਂਦੇ। ਮੈਂ ਫਿਰ ਦੁਹਰਾਵਾਂ, ਸੁਖ ਦੇ 'ਚ ਜੀ ਰਹੇ ਨੇ ਪਸ਼ੂ, ਆਨੰਦ ਦੇ ਜੀ ਰਹੇ ਨੇ ਦੇਵਤੇ, ਮਨੁੱਖ ਦੁੱਖ ਦੇ ਜੀ ਰਹੇ। ਹੁਣ ਦੂਸਰਾ ਨੁਕਤਾ ਬਿਆਨ ਕਰਾਂ, ਨਿਰੰਕਾਰ ਦੇ ਮਾਰਗ ਦੀ ਯਾਤਰਾ ਦੁੱਖ ਦੇ ਗਿਆਨ ਤੋਂ ਹੁੰਦੀ ਹੈ, ਉਂਝ ਨਹੀਂ ਹੁੰਦੀ। ਧਰਮ ਦੀ ਯਾਤਰਾ, ਨਾਮ ਜਪਣ ਦੀ ਲਗਨ ਇੱਥੋਂ ਪੈਦਾ ਹੁੰਦੀ ਹੈ। ਸਭ ਕੁਝ ਦੁੱਖ ਹੈ, ਸਭ ਕੁਝ ਮੌਜਾਂ ਹੀ, ਬਹਾਰ ਨਹੀਂ ਤੇ ਕੀ ਨਾਮ ਜਪਣਾ ਤੇ ਕੀ ਕਿਸੇ ਨੇ ਧਰਮ ਦੇ ਮਾਰਗ ਤੇ ਚੱਲਣਾ। ਪਤਾ ਚੱਲ ਜਾਂਦਾ ਦੁੱਖ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਜਗਤ ਦੁੱਖ ਹੈ, ਸਭ ਕੁਝ ਦੁੱਖ ਹੈ। ਅਗਰ ਐਸਾ ਬੋਧ ਹੋ ਗਿਆ ਮਨੁੱਖ ਸਿਆਣਾ ਹੈ। ਜਿਤਨਾ ਸਿਆਣਾ ਹੋਵੇਗਾ ਉਤਨਾ ਹੀ ਦੁਖੀ ਹੋਵੇਗਾ, ਉਤਨਾ ਬੇਚੈਨ ਹੋਵੇਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਸਿਓ ਕੋਏ। ਹਰ ਬੰਦਾ ਕੀਏ ਦੁੱਖਾਂ ਦੀ ਪੰਡ ਜ਼ਰਾ ਖੋਲ ਕੇ ਵੇਖੀਏ, ਸਿਵਾਏ ਦੁੱਖਾਂ ਦੇ ਹੋਰ ਕੁਝ ਵੀ ਨਹੀਂ ਹੈ। ਤੁਸੀਂ ਆਖੋਗੇ ਪੰਡ ਖੋਲਣ ਦਾ ਢੰਗ ਕੀ ਹੈ? ਪੰਡ ਖੋਲਣ ਦਾ ਇੱਕ ਢੰਗ ਹੈ, ਦੂਜੇ ਨੂੰ ਖੋਲਣ ਦਾ ਇੱਕ ਢੰਗ ਹੈ ਕਿ ਬਸ ਆਪਣਾ ਇੱਕ ਦੁੱਖ ਤੁਸੀਂ ਉਸ ਨੂੰ ਬਿਆਨ ਕਰਕੇ ਸੁਣਾ ਦਿਓ, ਆਪਣਾ ਇੱਕ ਦੁੱਖ, ਫਿਰ ਅਗਲਾ ਚੁੱਪ ਹੀ ਨਹੀਂ ਕਰੇਗਾ, ਅਗਲੇ ਸੈਂਕੜੇ ਦੁੱਖ ਸੁਣਾਏਗਾ, ਵਾਰੀ ਨਹੀਂ ਆਣ ਦੇਗਾ ਬੋਲਣ ਦੀ। ਇਸ ਵਾਸਤੇ ਸਿਆਣਾ ਮਨੁੱਖ ਕਤਈ ਆਪਣਾ ਦੁੱਖ ਕਿਸੇ ਦੇ ਅੱਗੋਂ ਨਹੀਂ ਰੱਖਦਾ। ਸਿਆਣੇ ਮਨੁੱਖ ਦੀ ਇਹ ਪਹਿਚਾਣ ਨਹੀਂ ਰੱਖੇਗਾ। ਉਹਨੂੰ ਪਤਾ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, ਇਹਦੇ 100 ਸੁਣਨੇ ਪੈਣਗੇ, ਕਿਉਂਕਿ ਹਰ ਬੰਦਾ ਦੁੱਖਾਂ ਦੀ ਪੰਡ ਹੈ। ਔਰ ਕੀ ਹੈ, ਇਸ ਨੂੰ ਵੀ ਜ਼ੌਕ ਨੇ ਇਸ ਢੰਗ ਨਾਲ ਬਿਆਨ ਕੀਤਾ ਹੈ, मेरे चेहरे से गम आशिकारा नहीं है, पर ये न समझ के ये गम का मारा नहीं है। डूबने को तो डूबे हम भी, लेकिन अहले साहिल को हमने पुकारा नहीं है। कहता डुबिया मैं भी हाँ, गोते मैं भी खा देना, पर मैं इस तरह चीखिया चिल्लाया नहीं वे मैं मर गया जी, मैं डुब गया जी, मैं तबाह हो गया। ਇਹ ਰੋਣਾ ਪਿਟਣਾ ਮੈਂ ਨਹੀਂ ਰੋਇਆ। ਕਿਉਂ? ਸਾਰੇ ਹੀ ਡੁੱਬਦੇ ਪਏ ਨੇ ਤੇ ਡੁੱਬਦਿਆਂ ਦੇ ਅੱਗੋਂ ਮੈਂ ਕੀ ਰੋਣਾ ਰੋਵਾਂ? ਮੈਂ ਡੁੱਬ ਰਿਹਾ ਜਦ ਸਾਰੇ ਹੀ ਡੁੱਬਦੇ ਪਏ ਨੇ, ਸਾਰੇ ਹੀ ਦੁਖੀ ਨੇ। ਹਰ ਮਨੁੱਖ ਦੁੱਖਾਂ ਦੀ ਪੰਡ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦੁੱਖੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਸਿਓ ਕੋਇ। ਕਿਸੇ ਵੀ ਪੰਡ ਨੂੰ ਖੋਲ ਕੇ ਦੇਖ ਲਓ, ਸਿਵਾਏ ਦੁੱਖਾਂ ਦੇ ਹੋਰ ਕੁਛ ਨਹੀਂ ਨਿਕਲੇਗਾ। ਮਨੁੱਖ ਕੀ ਹੈ? ਦੁੱਖ ਹੈ। ਪਸ਼ੂ ਕੀ ਹੈ? ਸੁਖ ਹੈ। ਦੇਵਤਾ ਕੀ ਹੈ? ਆਨੰਦ ਹੈ। ਮਨੁੱਖ ਦਾ ਭਵਿਸ਼ ਹੈ ਦੇਵਤਾ ਹੋਣਾ। ਜਿਨ ਮਾਣਕ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾ। ਗੁਰੂ ਦੀ ਸੰਗਤ ਮਨੁੱਖ ਨੂੰ ਦੇਵਤਾ ਬਣਾਉਂਦੀ ਹੈ, ਪਰ ਕਦੋਂ ਬਣਾਉਂਦੀ ਹੈ? ਜਦ ਮਨ ਗੁਰੂ ਨੂੰ ਮੰਨੇ। ਮੰਨੇ ਕੀ ਗਤ ਕਹੀ ਨਾ ਜਾਏ। ਮੰਨਣਾ ਮਨ ਦਾ ਕੰਮ ਹੈ। ਜੈਸੇ ਅਸੀਂ ਭੋਜਨ ਛਕਦੇ ਹਾਂ, ਭੋਜਨ ਦਾ ਕੁਛ ਹਿੱਸਾ ਸਰੀਰ ਦੇ ਵਿੱਚ ਰਹਿ ਜਾਂਦਾ ਹੈ, ਖੂਨ ਬਣ ਕੇ, ਮਾਸ ਬਣ ਕੇ, ਮਿੰਜ ਬਣ ਕੇ, ਇੰਦਰੀਆਂ ਦੀ ਸ਼ਕਤੀ ਬਣ ਕੇ। ਇਸ ਤਰ੍ਹਾਂ ਅਸੀਂ ਜਗਤ ਦੇ ਜੋ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਜੋ ਮਨ ਮੰਨ ਲੈਂਦਾ ਹੈ ਉਹ ਮਨ ਦਾ ਹਿੱਸਾ ਰਹਿ ਜਾਂਦਾ, ਬਾਕੀ ਨਹੀਂ, ਬਾਕੀ ਨਹੀਂ। ਇਹ ਦੋ ਨੁਕਤੇ ਬਿਆਨ ਕਰਕੇ ਮੈਂ ਸਮਾਪਤੀ ਕਰਾਂ। ਚੰਗੇ ਤੋਂ ਚੰਗਾ ਭੋਜਨ ਛਕੀਏ, ਉਹਦਾ ਕੁਛ ਹਿੱਸਾ ਸਰੀਰ ਦੇ 'ਚ ਰਹਿ ਜਾਂਦਾ, ਖੂਨ ਬਣ ਕੇ, ਮਾਸ ਬਣ ਕੇ, ਸਰੀਰ ਦੀ ਤਵਾਨਾਈ ਬਣ ਕੇ। ਜੋ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ, ਇਸ ਦੇ 'ਚੋਂ ਜਿਸ ਨੂੰ ਮਨ ਮੰਨਦਾ ਹੈ ਉਹ ਮਨ ਦੇ ਵਿੱਚ ਰਹਿ ਜਾਂਦਾ, ਬਾਕੀ ਨਹੀਂ, ਬਾਕੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਨੁੱਖ ਦੇ ਮਨ ਨੂੰ ਜੇ ਚੀਰ ਕੇ ਵੇਖੀਏ, ਜੈਸੇ ਤਨ ਦੇ 'ਚ ਭੋਜਨ ਹੈ, ਔਰ ਕੀ ਭੋਜਨ ਨਾ ਖਾਈਏ ਤਨ ਨਹੀਂ ਹੋ ਸਕਦਾ। ਖੂਨ ਬਣਦਾ ਹੈ, ਮਾਸ ਬਣਦਾ ਹੈ। ਇੱਕ ਛੋਟਾ ਜਿਹਾ ਬੱਚਾ ਜੇ ਵਧ ਰਿਹਾ ਹੈ, ਭੋਜਨ ਦੇ ਆਸਰੇ ਤੇ ਵਧ ਰਿਹਾ ਹੈ, ਸਰੀਰ ਤੇ ਭੋਜਨ ਹੈ। ਤੇ ਮਨ ਕੀ ਹੈ? ਜੋ ਮੈਂ ਅੱਜ ਤੱਕ ਮੰਨਿਆ ਉਹ ਮੇਰਾ ਮਨ ਹੈ, ਹੋਰ ਕੀ ਹੈ? ਅਗਰ ਮਨ ਨੂੰ ਕੋਈ ਫੋਲ ਕੇ ਦੇਖ ਸਕੇ ਤਾਂ ਮਨ ਦੇ 'ਚ ਕੀ ਮਿਲੇਗਾ? ਮਨ ਦੇ 'ਚ ਉਹੀ ਕੁਛ ਮਿਲੇਗਾ ਜੋ ਮੈਂ ਮੰਨਿਆ।
गुरु नानक देव जी महाराज कहते मन नूं खोल के देखिए, परिवार भी मिल जाता है, धन संपदा भी मिल जाती है, मनुख दे मन दे च निरंकार नहीं मिलता, नहीं मिलता, क्योंकि मन ने मनिया नहीं है। बाकी सब अपने ने, परमात्मा एक ओपरा है, वो मन का हिस्सा नहीं है। माया मोह सगल जग छाया, कामण देख काम लोभाया, सुत कंचन से हेत वधाया, सब किछ अपना एक राम पर आया। जाहूं काहूं अपनों ही चित आवे, कौन याद आवेगा जो अपना है, कौन याद आवेगा जिसनु मन ने मनिया। तो जो याद नहीं आया, तो जिसनु मन मनदा नहीं पिया, मन का हिस्सा नहीं है। तो महाराज गुरु नानक देव जी कहते मन दे च परमात्मा नहीं है, मन दे च परिवार है, मन दे च पदार्थ है गए ने, मन दे च मित्र है गए ने, पुत्र है गए ने, पत्नी है, पति है, मां बाप है गए ने, पड़ोसी है गए ने, धन संपदा है गई है, मन दे च परमात्मा नहीं है। ये सत्संग इस वास्ते है किधरे मन गुरु नू प्रभु करके मन लवे। धर्म दी साधना मन दी साधना है। मम्मा मन से काज है, मन साधे सिद्ध होए, मन ही मन से कहे कबीरा, मन सा मिलिया न कोय। सारे मंदिर, सारियां इबादत गाहां, सारे गुरुद्वारे, सारे अवतारी पुरुष बेमैनी हो जाते हैं उस मनुख वास्ते जिदा मन नहीं मनता। होवन पे इतने मंदिर हैं ते होवन पे है ने, ते अवतार होवन पे हैगे ने, इतने धर्म ग्रंथ ते होवन पे, मन नहीं मनता। जिसदा मन नहीं मनता, यकीन जानो उहदे सामने सारे धार्मिक मंदिर एक अडंबर बन के रह जाणगे। एक कोशिश है कथा कीर्तन दे राही, पाठ पूजा दे राही किधरे मन परमात्मा नू परमात्मा करके मन लवे। इस वास्ते कहंदे धर्म दी खोज मन चो करनी पेगी, परम आनंद दी खोज मन चो करनी पेगी। और ये खोज दे जेड़े नुकते गुरबाणी बयान कर रही है, तुछ बुद्धि अनुसार रोज़ मैं थोड़े सामने रखांगा, ताकि किसी दिन ये शौक जाग पवे, नहीं मन दे चों लभना। उस सौगात नूं प्राप्त करना है जिस लई ये मनुखा देही मिली है, जिस लई सानू मनुख कहंदे ने। बाकी विचारां कल समय नूं ना लमकाइए, बड़े टिकाऊ नाल इकाग्रता नाल तुसीं सुणिया। सारियां दा हार्दिक तौर ते धन्यवाद। भुल चुक दी क्षमा, फतेह प्रवान करनी। वाहिगुरू जी का खालसा, वाहिगुरू जी की